ਤੁਹਾਡਾ ਸਭ ਦਾ ਸਵਾਗਤ ਹੈ। ਤੁਸੀਂ ਦੇਖ ਰਹੇ ਹੋ ਪੀਟੀ ਮੀਡੀਆ। ਮੈਂ ਹਾਂ ਮਦਨਦੀਪ। ਮੇਰੇ ਨਾਲ ਨੇ ਸੀਨੀਅਰ ਪੱਤਰਕਾਰ ਮੇਰੇ ਸਹਿਯੋਗੀ ਮਨਪ੍ਰੀਤ ਰੰਧਾਵਾ। ਮਨਪ੍ਰੀਤ ਜੀ, ਸ਼ਾਇਦ ਪੰਜਾਬ ਸਰਕਾਰ ਨੂੰ ਪਤਾ ਨਹੀਂ ਸੀ ਕਿ ਤੇਜਿੰਦਰ ਬੱਗੇ ਦੀ ਗ੍ਰਿਫਤਾਰੀ ਦਾ ਮਾਮਲਾ ਇੰਨਾ ਗੰਭੀਰ ਹੋ ਜਾਵੇਗਾ ਤੇ ਇੰਨਾ ਵੱਡਾ ਹੋ ਜਾਵੇਗਾ। ਅਗਲਿਆਂ ਨੇ ਹਰਿਆਣਾ ਨਹੀਂ ਟੱਪਣ ਦਿੱਤਾ। ਹਰਿਆਣੇ ਉਹ ਵਾਪਸ ਮੋੜ ਕੇ ਲੈ ਗਏ ਔਰ ਕੁਰਸ਼ੇਤਰ ਦੀ ਧਰਤੀ ਤੋਂ ਸਰਕਾਰ ਨੂੰ ਭਜਣਾ ਪਿਆ ਹਾਈ ਕੋਰਟ। ਹਾਈ ਕੋਰਟ ਨੇ ਵੀ ਕਿ ਬਹੁਤ ਜ਼ਿਆਦਾ ਇਸ ਮਾਮਲੇ ਵਿੱਚ ਕਾਹਲੀ ਨਹੀਂ ਦਿਖਾਈ, ਕਿਉਂਕਿ ਕਾਨੂੰਨ ਨੇ ਤਾਂ ਕਾਨੂੰਨ ਦੇ ਹਿਸਾਬ ਨਾਲ ਚੱਲਣਾ ਆ। ਹੁਣ ਕੱਲ ਨੂੰ ਕੀ ਹੋਵੇਗਾ ਇਹ ਤੁਸੀਂ ਦੱਸਿਓ। ਔਰ ਦੂਜਾ ਮਾਮਲਾ ਪਟਵਾਰੀਆਂ ਵਾਲਾ। ਮਨਵੀਰ ਜੀ, ਪਟਵਾਰੀਆਂ ਦੇ ਮਾਮਲੇ ਵਿੱਚ ਸਰਕਾਰ ਤਾਂ ਚੁੱਪ ਆ, ਪਰ ਪਟਵਾਰੀ ਕਾਊਂਟਰ ਅਟੈਕ ਤੇ ਆ ਗਏ ਆ। ਪਟਵਾਰੀਆਂ ਨੇ ਵਿਜੀਲੈਂਸ ਦੇ ਖਿਲਾਫ ਮੋਰਚਾ ਖੋਲ੍ਹਤਾ ਹੈ। ਇਹਦੇ ਵਿੱਚ ਅਸੀਂ ਗੱਲਬਾਤ ਕਰਾਂਗੇ ਕੀ ਨਵੀਂ ਡਿਵੈਲਪਮੈਂਟ ਆ। ਔਰ ਤੀਜੀ ਜਿਹੜੀ ਖਬਰ ਆ, ਕਹਿੰਦੇ ਨਾ ਕਿ ਇੱਕ ਫਰੰਟ ਖੁੱਲ੍ਹਣ ਤੇ ਪਤਾ ਨਹੀਂ ਕਿੰਨੇ ਫਰੰਟ ਖੁੱਲ ਜਾਂਦੇ ਆ, ਪਤਾ ਨਹੀਂ ਲੱਗਦਾ। ਕਈ ਵਾਰ ਸ਼ਾਇਦ ਸਰਕਾਰ ਨੂੰ ਪਤਾ ਨਹੀਂ ਹੋਣਾ ਕਿ ਜਿਹੜੀਆਂ ਪੰਚਾਇਤੀ ਜ਼ਮੀਨਾਂ ਉਹ ਛੁਡਵਾ ਰਹੇ ਆ ਉਹਨਾਂ ਵਿੱਚ ਕਿਸੇ ਦੀ ਹੋਰ ਦੀ ਵੀ ਹਿੱਸੇਦਾਰੀ ਬਣਦੀ ਹੈ। ਉਲਟਾ ਇਹ ਕਿਹਾ ਜਾ ਰਿਹਾ ਸਰਕਾਰ ਨੇ ਤਾਂ ਹਿੱਸੇਦਾਰੀ ਵਿੱਚੋਂ ਕੱਢਤੀ। ਸਗੋਂ ਦਲਿਤ ਭਾਈਚਾਰਾ ਉੱਠ ਖੜਿਆ ਸਰਕਾਰ ਦੇ ਖਿਲਾਫ ਆਪਣਾ ਹੱਕ ਮੰਗਣ ਲਈ। ਇਹਦੇ ਬਾਰੇ ਦੱਸਿਓ ਅੱਗੇ ਜਾ ਕੇ ਇਹ ਮਾਮਲਾ ਕੀ ਹੈ। ਪਰ ਸਭ ਤੋਂ ਪਹਿਲਾਂ ਮਾਮਲਾ ਤੇਜਿੰਦਰ ਬੱਗੇ ਦਾ। ਮਨਪ੍ਰੀਤ ਜੀ, ਬੱਗੇ ਦੀ ਗ੍ਰਿਫਤਾਰੀ ਕਰਨੀ, ਉਸ ਤੋਂ ਬਾਅਦ ਅਗਲੇ ਨੇ ਹਰਿਆਣੇ ਟੱਪਣ ਨਹੀਂ ਦਿੱਤਾ। ਹਰਿਆਣਾ ਪੁਲਿਸ ਵਿੱਚ ਆ ਜਾਂਦੀ ਹੈ ਔਰ ਛੁਡਾ ਕੇ ਦਿੱਲੀ ਵਾਪਸ ਲੈ ਜਾਂਦੇ ਆ। ਇਹ ਸਾਰਾ ਕੀ ਮਾਮਲਾ ਸੀ? ਇਹਦੇ ਚ ਹੋਇਆ ਕੀ ਆ? ਜੀ ਦੇਖੋ ਮਦਨਦੀਪ ਜੀ, ਬਹੁਤ ਦਿਨਾਂ ਤੋਂ ਇਹ ਲਗਾਤਾਰ ਗੱਲ ਚੱਲ ਰਹੀ ਸੀ ਜੀ ਕਿ ਭਗਵੰਤ ਮਾਨ ਹੋਣਾ ਦੀ ਸਰਕਾਰ ਜਾਂ ਅਰਵਿੰਦ ਕੇਜਰੀਵਾਲ ਹੋਣਾ ਦੀ ਸਰਕਾਰ ਪੰਜਾਬ ਪੁਲਿਸ ਦਾ ਦੁਰਉਪਯੋਗ ਕਰ ਰਹੀ ਹੈ। ਇਹ ਤੁਸੀਂ ਦੇਖੋ, ਲਗਾਤਾਰ ਜਦੋਂ ਉਹਨਾਂ ਨੇ ਮਾਮਲੇ ਦਰਜ ਕੀਤੇ ਤੇਜਿੰਦਰ ਬੱਗਾ ਦੇ ਖਿਲਾਫ, ਇਸੇ ਤਰ੍ਹਾਂ ਨਰੇਸ਼ ਕੁਮਾਰ ਜਿੰਦਲ ਦੇ ਖਿਲਾਫ, ਪ੍ਰੀਤੀ ਗਾਂਧੀ ਦੇ ਖਿਲਾਫ, ਔਰ ਇਸੇ ਤਰ੍ਹਾਂ ਕੁਮਾਰ ਵਿਸ਼ਵਾਸ ਦੇ ਖਿਲਾਫ, ਤੇ ਉਸ ਤੋਂ ਬਾਅਦ ਕਾਂਗਰਸ ਦੀ ਜਿਹੜੇ ਇੱਕ ਲੀਡਰ ਨੇ ਦਿੱਲੀ ਦੇ ਅਲਕਾ ਲਾਂਬਾ, ਜਿਹੜੇ ਕਿ ਕਿਸੇ ਵਕਤ ਆਮ ਆਦਮੀ ਪਾਰਟੀ ਦੇ ਨਾਲ ਵੀ ਰਹੇ ਆ। ਇਹ ਮਾਮਲਾ ਉਸੇ ਦਿਨ ਤੋਂ ਤੂਲ ਫੜ ਗਿਆ ਸੀ ਜਦੋਂ ਕੁਮਾਰ ਵਿਸ਼ਵਾਸ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ। ਖੈਰ, ਉਹਨਾਂ ਨੂੰ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਰਾਹਤ ਦੇ ਦਿੱਤੀ ਸੀ, ਆਪਾਂ ਨੂੰ ਸਾਰਾ ਪਤਾ। ਲੇਕਿਨ ਲਗਾਤਾਰ ਆਮ ਆਦਮੀ ਪਾਰਟੀ ਦੀ ਆਲੋਚਨਾ ਹੋ ਰਹੀ ਸੀ, ਔਰ ਖਾਸ ਤੌਰ ਤੇ ਅਰਵਿੰਦ ਕੇਜਰੀਵਾਲ ਦੀ। ਇਹੀ ਉਹ ਅਰਵਿੰਦ ਕੇਜਰੀਵਾਲ ਨੇ ਜਿਹੜੇ ਕਹਿੰਦੇ ਹੁੰਦੇ ਸੀ ਕਿ ਮੇਰੇ ਨੂੰ ਇੱਕ ਵਾਰੀ ਪੁਲਿਸ ਦੇ ਕੇ ਦੇਖੋ ਤੇ ਫਿਰ ਮੈਂ ਤੁਹਾਨੂੰ ਦੱਸੂਗਾ ਕਿ ਲਾਅ ਐਂਡ ਆਰਡਰ ਕਿਸ ਤਰ੍ਹਾਂ ਕੰਟਰੋਲ ਕਰਨਾ। ਲੱਗਦਾ ਵੀ ਇਸੇ ਤਰ੍ਹਾਂ ਸੀ ਕਿ ਇਹਨਾਂ ਕੋਲੇ ਪੁਲਿਸ ਨਹੀਂ ਹੈ। ਪਰ ਅੱਜ ਦੀ ਤਾਰੀਖ 'ਚ ਲੱਗਦਾ ਕਿ ਜਿੱਦਾਂ ਹੀ ਪੰਜਾਬ ਪੁਲਿਸ ਉਹਨਾਂ ਦੀ ਆਪਣੀ ਇੱਕ ਪਾਰਟੀ ਦੇ ਅਧੀਨ ਆਉਂਦੀ ਆ, ਆਪਣੀ ਡਾਇਰੈਕਟ ਨਹੀਂ ਆਉਂਦੀ, ਇੱਕ ਪਾਰਟੀ ਦੇ ਅਧੀਨ ਆਉਂਦੀ ਹੈ, ਤੇ ਨਾਲ ਦੀ ਨਾਲ ਉਹਦਾ ਦੁਰਉਪਯੋਗ ਸ਼ੁਰੂ ਹੋਣਾ ਹੋ ਜਾਂਦਾ। ਇਹ ਸਾਨੂੰ ਇਹਦੀ ਜਿਉਂਦੀ ਜਾਗਦੀ ਇੱਕ ਮਿਸਾਲ ਆ। ਤੁਸੀਂ ਦੇਖੋ, ਠੀਕ ਹੈ, ਤੁਸੀਂ ਨੋਟਿਸ ਭੇਜਿਆ, ਕੇਸ ਦਰਜ ਕੀਤੇ ਆ। ਤੇਜਿੰਦਰ ਪਾਲ ਸਿੰਘ ਬੱਗਾ ਜਿਹੜੇ ਕਿ ਭਾਜਪਾ ਦੇ ਨੇਤਾ ਨੇ ਦਿੱਲੀ ਦੇ, ਇਹਦੇ ਵਿੱਚ ਕੋਈ ਦੋ ਰਾਵਾਂ ਨਹੀਂ ਕਿ ਉਹਨਾਂ ਨੇ ਕਈ ਵਾਰੀ ਭੜਕਾਊ ਭਾਸ਼ਣ ਦਿੱਤੇ ਨੇ। ਇਹਦੇ ਵਿੱਚ ਜਿਹੜੇ ਆਪਾਂ ਨੂੰ ਪਤਾ ਉਹਨਾਂ ਦਾ ਜਿਹੜਾ ਪਿਛਲਾ ਟਰੈਕ ਰੈਕਰਡ ਆ, ਜੇ ਤੁਸੀਂ ਉਹਨਾਂ ਨੂੰ ਦੇਖੋ, ਇਹਦੇ ਵਿੱਚ ਕਈ ਵਾਰੀ ਇਹ ਚੀਜ਼ਾਂ ਆਈਆਂ ਨੇ। ਪਰ ਇਸ ਦੇ ਨਾਲ ਨਾਲ ਇਹ ਵੀ ਕਹਿਣਾ ਪਊਗਾ ਕਿ ਜਦੋਂ ਅਰਵਿੰਦ ਕੇਜਰੀਵਾਲ ਉਹਨਾਂ ਦੀ ਸਰਕਾਰ ਦਿੱਲੀ ਪੁਲਿਸ ਤੋਂ ਕਾਇਦੇ ਕਾਨੂੰਨ ਦੀ ਮੰਗ ਕਰਦੀ ਹੈ, ਪਰ ਖੁਦ ਉਹ ਕਾਇਦਾ ਕਾਨੂੰਨ ਮੰਨਣ ਲਈ ਤਿਆਰ ਨਹੀਂ, ਤੇ ਫਿਰ ਇਸ ਗੱਲ ਦੀਆਂ ਚਿੰਤਾਵਾਂ ਵੱਧ ਜਾਂਦੀਆਂ ਨੇ। ਅੱਜ ਸਵੇਰੇ 8 ਵਜੇ, 8:30 ਵਜੇ ਦਿੱਲੀ ਵੈਸਟ, ਪੱਛਮੀ ਦਿੱਲੀ ਦੇ ਵਿੱਚ ਉਹਨਾਂ ਦਾ ਘਰ ਆ, ਤੇਜਿੰਦਰਪਾਲ ਸਿੰਘ ਬੱਗਾ ਹੋਣਾ ਦਾ। 36 ਸਾਲਾਂ ਦੀ ਇਹਨਾਂ ਦੀ ਉਮਰ ਆ। ਉਹਨਾਂ ਦੇ ਪੁਲਿਸ ਘਰ ਪਹੁੰਚ ਜਾਂਦੀ ਆ। ਇਹ ਮੈਂ ਤੁਹਾਨੂੰ ਦੱਸ ਰਿਹਾ ਕਿ ਜਿਹੜੇ ਤੇਜਿੰਦਰਪਾਲ ਬੱਗਾ ਦੇ ਵਕੀਲ ਨੇ, ਸੀਨੀਅਰ ਵਕੀਲ ਨੇ ਚੇਤਨ ਮਿੱਤਲ, ਉਹਨਾਂ ਦੇ ਅਨੁਸਾਰ ਦੱਸ ਰਿਹਾ। ਉਹ ਕਹਿੰਦੇ ਪਹੁੰਚ ਜਾਂਦੇ ਨੇ, ਸਾਦੀ ਵਰਦੀਆਂ 'ਚ ਹੁੰਦੇ ਆ, ਘਰੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾਂਦਾ। ਔਰ ਉਹਨਾਂ ਦਾ ਇਹ ਵੀ ਇਲਜ਼ਾਮ ਆ ਕਿ ਤੇਜਿੰਦਰਪਾਲ ਬੱਗਾ ਦੇ ਜਦੋਂ ਪਿਤਾ ਜੀ ਜਿਹੜੇ ਘਰ ਹੁੰਦੇ ਆ, ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕਰਦੇ ਆ ਤੇ ਉਹਨਾਂ ਨਾਲ ਧੱਕਾ ਮੁੱਕੀ ਵੀ ਹੁੰਦੀ ਆ। ਉਹ ਪੁੱਛਦੇ ਨੇ ਕਿ ਤੁਸੀਂ ਕੌਣ ਹੋ, ਕਿਉਂਕਿ ਸਾਰੇ ਦੇ ਸਾਰੇ ਆਫੀਸਰ ਜਾਂ ਪੁਲਿਸ ਕਰਮਚਾਰੀ ਉਹ ਸਾਦੀ ਵਰਦੀ 'ਚ ਹੁੰਦੇ ਆ। ਉਹ ਕੌਣ ਆ ਗਏ ਆ? ਜਿੱਦਾਂ ਹੀ ਉਹ ਫੜ ਕੇ ਲੈ ਕੇ ਜਾਂਦੇ ਨੇ ਜਾਂ ਇਸ ਨੂੰ ਉਹਨਾਂ ਨੂੰ ਗ੍ਰਿਫਤਾਰ ਕਰਦੇ ਨੇ, ਤੇ ਨਾਲ ਦੀ ਨਾਲ ਉਹਨਾਂ ਦੇ ਪਿਤਾ ਦਿੱਲੀ ਪੁਲਿਸ ਦੇ ਥਾਣੇ ਵਿੱਚ ਜਾ ਕੇ ਇਹ ਰਿਪੋਰਟ ਦਰਜ ਕਰਾਉਂਦੇ ਨੇ ਕਿ ਉਹਨਾਂ ਨੂੰ, ਉਹਨਾਂ ਦੇ ਮੁੰਡੇ ਨੂੰ, ਯਾਨੀ ਕਿ ਤੇਜਿੰਦਰਪਾਲ ਸਿੰਘ ਬੱਗਾ ਨੂੰ ਕਿਡਨੈਪ ਕਰ ਲਿਆ।
ਔਰ ਦਿੱਲੀ ਪੁਲਿਸ ਬਕਾਇਦਾ ਕਿਡਨੈਪਿੰਗ ਦਾ ਮਾਮਲਾ ਦਰਜ ਕਰਦੀ ਹੈ। ਜਦੋਂ ਪਤਾ ਲੱਗਦਾ ਤੇ ਉਹ ਮਾਮਲਾ ਪੰਜਾਬ ਪੁਲਿਸ ਦੇ ਅਧਿਕਾਰੀਆਂ ਦੇ ਖਿਲਾਫ ਵੀ ਦਰਜ ਹੁੰਦਾ। ਸਭ ਤੋਂ ਪਹਿਲਾਂ ਤਾਂ ਤੁਸੀਂ ਦੇਖੋ ਕਿ ਪੰਜਾਬ ਪੁਲਿਸ ਦਾ ਇਹ ਹੱਕ ਨਹੀਂ ਸੀ ਬਣਦਾ ਜਾਂ ਇੱਕ ਫਰਜ਼ ਨਹੀਂ ਸੀ ਬਣਦਾ ਕਿ ਉਹ ਜਾ ਕੇ ਪਹਿਲਾਂ ਕੋਆਰਡੀਨੇਟ ਕਰਦੇ ਦਿੱਲੀ ਪੁਲਿਸ ਦੇ ਨਾਲ। ਹਾਲਾਂਕਿ ਜਦੋਂ ਅੱਜ ਪੰਜਾਬ ਦੇ ਜਿਹੜੇ ਏਜੀ ਨੇ ਐਡਵੋਕੇਟ ਜਨਰਲ ਅਨਮੋਲ ਰਤਨ ਸਿੰਘ ਸਿੱਧੂ, ਉਹ ਪੇਸ਼ ਹੁੰਦੇ ਨੇ ਹਾਈ ਕੋਰਟ ਦੇ ਵਿੱਚ, ਕਿਉਂਕਿ ਮਾਮਲਾ ਹਾਈ ਕੋਰਟ ਦੇ ਵਿੱਚ ਚਲਾ ਗਿਆ ਸੀ। ਉਹ ਕਹਿੰਦੇ ਨੇ ਕਿ ਅਸੀਂ ਤਾਂ ਜੀ ਉਹਨਾਂ ਨੂੰ ਇਨਫੋਰਮ ਕਰਤਾ ਸੀ, ਪਰ ਉਹਨਾਂ ਨੇ ਦਿੱਲੀ ਪੁਲਿਸ ਨੇ ਦਰਜ ਨਹੀਂ ਕੀਤੀ ਸਾਡੀ ਉੱਥੇ ਮੌਜੂਦਗੀ। ਅਸੀਂ ਬਾਰ-ਬਾਰ ਕਹਿੰਦੇ ਸਾਡੇ ਅਧਿਕਾਰੀ ਉੱਥੇ ਬੈਠੇ ਰਹੇ, ਸਾਡੇ ਉੱਥੇ ਡੀਐਸਪੀ ਰੈਂਕ ਦੇ ਆਫੀਸਰ ਬੈਠੇ ਰਹੇ ਉਹਨਾਂ ਦੇ ਪੁਲਿਸ ਸਟੇਸ਼ਨ ਦੇ ਵਿੱਚ, ਪਰ ਉਹਨਾਂ ਨੇ ਜਾਣਬੁੱਝ ਕੇ ਨਹੀਂ ਦਰਜ ਕੀਤੀ ਗਈ। ਇਹ ਸਾਰਾ ਮਾਮਲਾ ਇਸ ਤਰ੍ਹਾਂ ਉਲਝਾਇਆ ਗਿਆ। ਦੇਖੋ ਕਿਸ ਤਰ੍ਹਾਂ ਇਹਨੂੰ ਜਸਟੀਫਾਈ ਕੀਤਾ ਗਿਆ ਕਿ ਉੱਥੇ ਜਾ ਕੇ, ਮੈਂ ਤੁਹਾਨੂੰ ਦੱਸਾਂ ਕਿ ਵੈਸੇ ਸੁਪਰੀਮ ਕੋਰਟ ਦੀਆਂ ਬੜੀਆਂ ਕਲੀਅਰ ਕੱਟ ਗਾਈਡਲਾਈਨਸ ਨੇ, ਉਹਨਾਂ ਗਾਈਡਲਾਈਨਸ ਦਾ ਇਸ ਮਾਮਲੇ ਦੇ ਵਿੱਚ ਕਿਸੇ ਤਰ੍ਹਾਂ ਦਾ ਕੋਈ ਪਾਲਣ ਨਹੀਂ ਕੀਤਾ ਗਿਆ। ਇੱਕ ਮਾਮਲਾ ਸਨ 2014 ਦੀ ਸੁਪਰੀਮ ਕੋਰਟ ਦੀਆਂ ਡਬਲ ਬੈਂਚ ਦੀਆਂ ਗਾਈਡਲਾਈਨਸ ਨੇ, ਰਵਨੇਸ਼ ਕੁਮਾਰ ਵਰਸਸ ਸਟੇਟ ਆਫ ਬਿਹਾਰ। ਉਹਦੇ ਵਿੱਚ ਇੱਥੋਂ ਤੱਕ ਕਿਹਾ ਮਦਨਦੀਪ ਜੀ ਕਿ ਜੇ ਤੁਸੀਂ ਕਿਸੇ ਵਿਅਕਤੀ ਨੂੰ ਗ੍ਰਿਫਤਾਰ ਕਰਨਾ ਤੇ ਉਸ ਜੁਰਮ ਦੇ ਵਿੱਚ ਉਹਦੀ 7 ਸਾਲ ਤੋਂ ਸਜ਼ਾ ਘੱਟ ਆ ਤੇ ਉਹਨੂੰ ਗ੍ਰਿਫਤਾਰ ਕਰਨ ਦੀ ਕੋਈ ਲੋੜ ਨਹੀਂ ਹੈ। ਸਭ ਤੋਂ ਪਹਿਲਾਂ ਤਾਂ ਉਹਨਾਂ ਨੇ ਇਹ ਕਿਹਾ। ਫਿਰ ਉਹਨਾਂ ਨੇ ਇਸ ਦੇ ਵਿੱਚ ਇਹ ਵੀ ਪਰਿਭਾਸ਼ਿਤ ਕੀਤਾ ਸੀ ਕਿ ਜਿਹੜਾ ਕ੍ਰਿਮੀਨਲ ਪ੍ਰੋਸੀਜਰ ਕੋਡ ਆ 41, ਉਸ ਦਾ ਇਸਤੇਮਾਲ ਕਿਸ ਤਰ੍ਹਾਂ ਕਰਨਾ, ਕਿ ਜਿਹੜਾ ਤੁਹਾਡੀ ਜਿਹੜੀ ਅਰੈਸਟ ਆ ਉਹ ਲਾਸਟ ਰਿਜ਼ੋਰਟ ਹੋਣੀ ਚਾਹੀਦੀ ਆ। ਔਰ ਇੱਕ ਉਹਨਾਂ ਨੇ ਕਿਹਾ ਸੀ ਕਿ 9 ਪੁਆਇੰਟ ਉਹਨਾਂ ਨੇ ਇੱਕ ਤਰ੍ਹਾਂ ਦਾ ਏਜੰਡਾ ਦਿੱਤਾ ਸੀ, ਗਾਈਡਲਾਈਨਸ ਦਿੱਤੇ ਸੀ ਕਿ ਉਹ ਜਿਹੜੀ ਚੈੱਕ ਲਿਸਟ ਆ 9 ਪੁਆਇੰਟਸ ਦੀ, ਤੁਸੀਂ ਪਹਿਲਾਂ ਉਹ ਦੇਖੋ। 9 ਤੁਹਾਡੇ ਨੁਕਤੇ ਨੇ, ਉਹਨਾਂ ਨੂੰ ਤੁਸੀਂ ਪਹਿਲਾਂ ਇਹ ਕਰੋ, ਚੈੱਕ ਕਰੋ, ਉਸ ਤੋਂ ਬਾਅਦ ਕਿਸੇ ਦੀ ਅਰੈਸਟ ਹੋਣੀ ਚਾਹੀਦੀ ਆ। ਔਰ ਉਸ ਤੋਂ ਬਾਅਦ ਮੈਜਿਸਟ੍ਰੇਟ ਤੋਂ ਪੁੱਛੋ, ਉਹਨਾਂ ਦੇ ਧਿਆਨ ਦੇ ਵਿੱਚ ਲੈ ਕੇ ਆਓ, ਫਿਰ ਤੁਹਾਡੀ ਉਸ ਵਿਅਕਤੀ ਦੇ ਬੜਾ ਯਾਨੀ ਕਿ ਲੇਟ ਡਾਊਨ ਪ੍ਰੋਸੀਜਰ ਆ। ਔਰ ਵੈਸੇ ਵੀ ਇਹ ਕਿਤੇ ਪਹਿਲੀ ਵਾਰੀ ਨਹੀਂ ਹੋਇਆ। ਪਰ ਮੈਂ ਪਹਿਲਾਂ ਇਸ ਮਾਮਲੇ ਤੇ ਆਉਣਾ। ਤੁਸੀਂ ਦੇਖੋ ਤੇਜਿੰਦਰਪਾਲ ਬੱਗਾ ਨੂੰ ਪੰਜਾਬ ਪੁਲਿਸ ਲੈ ਆਉਂਦੀ ਆ, ਕੁਰੂਕਸ਼ੇਤਰਾ ਦੇ ਵਿੱਚ ਉਹਨਾਂ ਨੂੰ ਰੋਕ ਲਿਆ ਜਾਂਦਾ ਹਰਿਆਣਾ ਪੁਲਿਸ ਦੇ। ਔਰ ਹਰਿਆਣਾ ਦੇ ਵਿੱਚ ਪਤਾ ਆਪਾਂ ਨੂੰ ਭਾਜਪਾ ਸਰਕਾਰ ਆ, ਉਹ ਵੀ ਰੋਕ ਲੈਂਦੀ ਹੈ। ਔਰ ਉਸ ਤੋਂ ਬਾਅਦ ਉਹਨਾਂ ਨੂੰ ਪਿਪਲੀ ਪੁਲਿਸ ਸਟੇਸ਼ਨ ਦੇ ਵਿੱਚ ਲੈ ਕੇ ਜਾਇਆ ਜਾਂਦਾ। ਔਰ ਹਾਈ ਕੋਰਟ ਦੇ ਵਿੱਚ ਜਦੋਂ ਮਾਮਲਾ ਜਾਂਦਾ, ਹਾਈ ਕੋਰਟ ਦੇ ਵਿੱਚ ਪੰਜਾਬ ਸਰਕਾਰ ਹੇਬੀਅਸ ਕਾਰਪਸ ਇੱਕ ਪਟੀਸ਼ਨ ਪਾਉਂਦੀ ਆ ਕਿ ਅਸੀਂ ਇੱਕ ਬੰਦਾ ਲੈ ਕੇ ਆਏ ਸੀ, ਜਾਂ ਪੰਜਾਬ ਪੁਲਿਸ ਸਾਡੀ ਪਤਾ ਨਹੀਂ ਉਹਨਾਂ ਨੂੰ ਕੌਣ ਲੈ ਗਿਆ, ਜਾਂ ਉਹਨਾਂ ਦੀ ਜਾਨ ਨੂੰ ਖਤਰੇ 'ਚ ਆ। ਬਾਅਦ ਦੇ ਵਿੱਚ ਮਾਮਲਾ ਸੁਣਵਾਈ 'ਚ ਆਉਂਦਾ ਤੇ ਸੁਣਵਾਈ ਦੇ ਵਿੱਚ ਵੀ ਪੰਜਾਬ ਪੁਲਿਸ ਜਾਂ ਪੰਜਾਬ ਸਰਕਾਰ ਦੇ ਹੱਕ ਵਿੱਚ ਜਾਂ ਰਾਹਤ ਨਹੀਂ ਕੋਈ ਮਿਲਦੀ, ਬਲਕਿ ਹਾਈ ਕੋਰਟ ਇਹ ਕਹਿੰਦਾ ਕਿ ਤੇਜਿੰਦਰਪਾਲ ਸਿੰਘ ਬੱਗਾ ਵਾਪਸ ਜਾਣਗੇ। ਔਰ ਦਿੱਲੀ ਪੁਲਿਸ ਉਹਨਾਂ ਨੂੰ ਲਗਭਗ 2:30 ਪੌਣੇ 3 ਵਜੇ ਵਾਪਸ ਦਿੱਲੀ ਲੈ ਕੇ ਚਲੀ ਜਾਂਦੀ ਹੈ। ਜਿਹੜੀ ਇਹ ਕਾਰਵਾਈ ਸਾਰੀ ਕੀਤੀ ਗਈ, ਸਵੇਰ ਦਾ ਇਹ ਆਪਰੇਸ਼ਨ ਕੀਤਾ ਗਿਆ, ਉਹ ਸਾਰਾ ਇਹਨਾਂ ਦਾ ਧਰਿਆ ਰਹਿ ਜਾਂਦਾ। ਸੋ ਮੈਂ ਇਸੇ ਕਰਕੇ ਕਹਿਣਾ ਕਿ ਇਹਦੇ ਵਿੱਚ ਅਰਵਿੰਦ ਕੇਜਰੀਵਾਲ ਦੀ, ਭਗਵੰਤ ਮਾਨ ਹੋਣਾ ਦੀ ਬਹੁਤ ਫਜ਼ੀਅਤ ਹੋਈ ਹੈ ਇਸ ਕੇਸ ਦੇ ਵਿੱਚ। ਇਹ ਸਮਝਣ ਦੀ ਲੋੜ ਆ। ਜਦੋਂ ਤੁਸੀਂ ਅਲਕਾ ਲਾਂਬਾ ਨੂੰ ਵੀ ਇੱਥੇ 26 ਅਪ੍ਰੈਲ ਨੂੰ ਬੁਲਾਉਂਦੇ ਹੋ ਤੇ ਉਦੋਂ ਵੀ ਤੁਹਾਡੇ ਕੋਲ ਕੁਝ ਨਹੀਂ ਹੁੰਦਾ, ਉਹ ਵੈਸੇ ਹੀ ਆ ਕੇ ਇੱਥੋਂ ਵਾਪਸ ਮੁੜ ਜਾਂਦੇ ਨੇ। ਔਰ ਕੁਮਾਰ ਵਿਸ਼ਵਾਸ ਪਹਿਲਾਂ ਹੀ ਬੇਲ ਲੈ ਚੁੱਕੇ ਨੇ, ਇਹ ਵੀ ਆਪਾਂ ਨੂੰ ਪਤਾ। ਔਰ ਮੈਂ ਤੁਹਾਨੂੰ ਇਹ ਵੀ ਦੱਸਦਾ ਕਿ ਇਹ ਮਾਮਲਾ ਹੈ ਕੀ ਆ। ਦਰਅਸਲ 16 ਅਪ੍ਰੈਲ ਨੂੰ ਅਰਵਿੰਦ ਕੇਜਰੀਵਾਲ ਦੇ ਘਰ ਦੇ ਅੱਗੇ ਇੱਕ ਯੁਵਾ ਮਾਰਚਾ, ਭਾਰਤੀ ਜਨਤਾ ਪਾਰਟੀ ਦਾ ਯੁਵਾ ਮਾਰਚਾ ਧਰਨਾ ਪ੍ਰਦਰਸ਼ਨ ਕਰਦਾ। ਉਸੇ ਵਿੱਚ ਕੁਝ ਤੋੜ ਭੰਨ ਵੀ ਹੁੰਦੀ ਆ। ਤੇ ਉਦੋਂ ਅਰਵਿੰਦ ਕੇਜਰੀਵਾਲ ਇਹ ਬਿਆਨ ਦਿੰਦੇ ਨੇ ਕਿ ਮੇਰੇ ਤੇ ਜਾਨ ਲੈਣ ਦਾ ਹਮਲਾ, ਮੇਰੀ ਜਾਨ ਲੈਣ ਦਾ ਹਮਲਾ ਹੋਇਆ ਜਾਂ ਮੇਰੀ ਜਾਨ ਨੂੰ ਖਤਰਾ। ਉਹਨਾਂ ਦੇ ਜਿਹੜੇ ਡਿਪਟੀ ਨੇ ਮਨੀਸ਼ ਸਿਸੋਦੀਆ, ਉਹ ਵੀ ਆ ਕੇ ਇੱਕ ਪ੍ਰੈਸ ਕਾਨਫਰੰਸ ਕਰਦੇ ਨੇ ਕਿ ਦੇਖੋ ਜੀ ਉਹਨਾਂ ਨੂੰ ਤਾਂ ਅਰਵਿੰਦ ਕੇਜਰੀਵਾਲ ਨੂੰ ਜਾਨ ਤੋਂ ਮਾਰਨ ਦੀ ਧਮਕੀ ਮਿਲੀ ਆ। ਇਸ ਤਰ੍ਹਾਂ ਦੇ ਮਾਮਲੇ ਬਣਾ ਕੇ ਇਹਨਾਂ ਨੇ ਤੇਜਿੰਦਰਪਾਲ ਸਿੰਘ ਬੱਗਾ ਤੇ ਮਾਮਲਾ ਦਰਜ ਕੀਤਾ। ਮੈਂ ਤੁਹਾਨੂੰ ਪਹਿਲਾਂ ਵੀ ਅਰਜ਼ ਕੀਤਾ ਸੀ ਕਿ ਤੇਜਿੰਦਰਪਾਲ ਸਿੰਘ ਬੱਗਾ ਦਾ ਜਿਹੜਾ ਪਿਛੋਕੜ ਆ, ਇਤਿਹਾਸ ਆ, ਉਹ ਬਹੁਤ ਵਿਵਾਦਾਂ ਵਾਲਾ ਹੀ ਆ, ਉਹ ਕੰਟਰੋਵਰਸ਼ੀਅਲ ਆ, ਇਹਦੇ ਵਿੱਚ ਕੋਈ ਦੋ ਰਾਵਾਂ ਨਹੀਂ। ਪਰ ਕੀ ਜਦੋਂ ਪੰਜਾਬ ਪੁਲਿਸ ਜਾਂਦੀ ਆ, ਉਹ ਪ੍ਰੋਪਰ ਪ੍ਰੋਸੀਜਰ ਫੋਲੋ ਕਰਦੀ ਹੈ, ਇਸ ਤੇ ਉੱਤੇ ਬਹੁਤ ਸਾਰੀਆਂ ਉਂਗਲਾਂ ਉੱਠਣਗੀਆਂ ਔਰ ਪੰਜਾਬ ਪੁਲਿਸ ਦਾ ਅਕਸ ਖਰਾਬ ਹੋਊਗਾ। ਔਰ ਇੱਕ ਚੀਜ਼ ਮੈਂ ਤੁਹਾਨੂੰ ਦੱਸ ਦੇਣਾ, ਜੇ ਅਰਵਿੰਦ ਕੇਜਰੀਵਾਲ ਲਗਾਤਾਰ ਪੰਜਾਬ ਪੁਲਿਸ ਦਾ ਇਸੇ ਤਰ੍ਹਾਂ ਦਬਾਅ ਪਾ ਕੇ ਦੁਰਉਪਯੋਗ ਕਰਦੇ ਰਹੇ ਤੇ ਮੈਨੂੰ ਲੱਗਦਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਕਿਸੇ ਦੀਆਂ ਮੁਸ਼ਕਲਾਂ ਵਧਣ ਨਾ ਵਧਣ। ਭਗਵੰਤ ਮਾਨ ਬਤੌਰ ਮੁੱਖ ਮੰਤਰੀ, ਜਿਨ੍ਹਾਂ ਕੋਲੇ ਹੋਮ ਅਫੇਅਰਸ ਐਂਡ ਜਸਟਿਸ ਡਿਪਾਰਟਮੈਂਟ ਆ, ਉਹਨਾਂ ਦੀਆਂ ਮੁਸ਼ਕਲਾਂ ਜ਼ਰੂਰ ਵਧਣਗੀਆਂ ਔਰ ਉਹਨਾਂ ਤੇ ਉਂਗਲਾਂ ਜ਼ਰੂਰ ਉੱਠਣਗੀਆਂ। ਜੀ ਮਦਨਦੀਪ ਜੀ, ਉਹਨਾਂ ਦਾ ਅਕਸ ਖਰਾਬ ਹੁੰਦਾ ਆ। ਪਰ ਨਾਲ ਹੀ ਮਨਪ੍ਰੀਤ ਜੀ, ਜਿਨ੍ਹਾਂ ਨੇ ਸ਼ਿਕਾਇਤ ਦਰਜ ਕਰਵਾਈ ਸੀ ਪੰਜਾਬ ਦੇ ਅੰਦਰ, ਮਿਸਟਰ ਆਹਲੂਵਾਲੀਆ ਨੇ, ਆਮ ਆਦਮੀ ਪਾਰਟੀ ਦੇ ਕੋਈ,
ਉਹ ਕਹਿ ਰਹੇ ਸੀ ਕਿ ਪੰਜਾਬ ਪੁਲਿਸ ਵਧਾਈ ਦੀ ਪਾਤਰ ਆ। ਬੜੀ ਹੈਰਾਨੀ ਦੀ ਗੱਲ ਆ ਕਿ ਇਹੋ ਜਿਹੇ ਕੇਸਾਂ ਦੇ ਵਿੱਚ ਮੁੱਖ ਮੰਤਰੀ ਦਾ ਅਕਸ ਖਰਾਬ ਕਰਨਾ, ਪੰਜਾਬ ਦਾ ਅਕਸ ਖਰਾਬ ਕਰਨਾ ਔਰ ਪੁਲਿਸ ਦਾ ਅਕਸ ਖਰਾਬ ਕਰਨਾ, ਇਹ ਕੋਈ ਸਿਆਣਪ ਵਾਲਾ ਕੰਮ ਨਹੀਂ ਕੀਤਾ ਮੇਰੇ ਖਿਆਲ ਨਾਲ। ਪਰ ਅਗਲੀ ਖਬਰ ਵੱਲ ਵਧਦੇ ਹਾਂ ਮਨਪ੍ਰੀਤ ਜੀ। ਅਗਲੀ ਖਬਰ ਪਟਵਾਰੀ। ਮੈਂ ਇੱਕ ਗੱਲ ਕਹਿਣਾ ਚਾਹੁੰਦਾ। ਜੀ 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 ਜੀ। ਤੁਸੀਂ ਦੇਖੋ, ਹਾਂ, 26 ਅਪ੍ਰੈਲ ਨੂੰ ਇਹ ਇਕੱਲਾ ਮਾਮਲਾ ਇੱਥੇ ਨਹੀਂ ਖਤਮ ਹੋ ਜਾਂਦਾ, ਇਹਦੇ ਵਿੱਚ ਹੋਰ ਵੀ ਗੱਲਾਂ, ਕਿਉਂਕਿ ਸਮਾਂ ਆਪਣੇ ਕੋਲੇ ਘੱਟ ਆ ਮਦਨਦੀਪ ਜੀ। 26 ਅਪ੍ਰੈਲ ਨੂੰ ਜਦੋਂ MOU ਮੈਮੋਰੈਂਡਮ ਆਫ ਅੰਡਰਸਟੈਂਡਿੰਗ ਸਾਈਨ ਹੋ ਰਿਹਾ ਹੁੰਦਾ ਦਿੱਲੀ ਤੇ ਪੰਜਾਬ ਦੇ ਵਿੱਚ, ਇੰਪੀਰੀਅਲ ਹੋਟਲ ਦੇ ਦਿੱਲੀ ਦੇ ਵਿੱਚ, ਉਦੋਂ ਇੱਕ ਪੱਤਰਕਾਰ ਨਰੇਸ਼ ਵਤਸਾ, ਉਹ ਹਿੰਦੁਸਤਾਨ ਪੋਸਟ ਨਾਮ ਦੀ ਇੱਕ ਜਿਹੜੀ ਪੱਤਰਕਾਰਿਤਾ ਜਾਂ ਇੱਕ ਵੈਬਸਾਈਟ ਆ ਜਾਂ ਇੱਕ ਸਮਾਚਾਰ ਆ, ਇੱਕ YouTube ਚੈਨਲ ਵੀ ਆ ਉਹਨਾਂ ਦਾ, ਉਸ ਲਈ ਉਹ ਕੰਮ ਕਰਦੇ ਆ। ਉਹਨਾਂ ਨੂੰ ਵੀ ਪੰਜਾਬ ਪੁਲਿਸ ਨੇ ਉੱਥੇ ਕੁੱਟਮਾਰ ਕੀਤੀ ਤੇ ਪੰਜਾਬ ਪੁਲਿਸ ਨੇ ਉਹਨਾਂ ਦਿਨਾਂ ਦੇ ਵਿੱਚ ਵੀ ਜਿਹੜਾ 26 ਅਪ੍ਰੈਲ ਨੂੰ ਇੱਕ ਮਾਮਲਾ ਦਰਜ ਹੋ ਗਿਆ, ਇੱਕ FIR ਹੋ ਗਈ। ਇਹ ਬਾਰ-ਬਾਰ ਸਾਡੀ ਪੰਜਾਬ ਪੁਲਿਸ ਦੇ ਦਿੱਲੀ ਦੇ ਵਿੱਚ ਟਕਰਾਅ ਪੈਦਾ ਹੋ ਰਹੇ ਆ। ਇਹ ਮੈਨੂੰ ਲੱਗਦਾ ਇਹ ਤਾਂ ਬਹੁਤ ਖਤਰਨਾਕ ਟ੍ਰੈਂਡ ਹੈ, ਕਿਉਂਕਿ ਲਗਾਤਾਰ ਪੰਜਾਬ ਪੁਲਿਸ ਨੂੰ ਬੁਲਾ ਕੇ ਦਿੱਲੀ ਦੇ ਵਿੱਚ ਉੱਥੇ ਝੋਕਿਆ ਜਾ ਰਿਹਾ, ਉੱਥੋਂ ਦੀਆਂ ਕਾਰਵਾਈਆਂ ਕਰਨ ਲਈ ਮਜਬੂਰ ਕੀਤਾ ਜਾ ਰਿਹਾ। ਔਰ ਪੰਜਾਬ ਦੇ ਵਿੱਚ ਲਾਅ ਐਂਡ ਆਰਡਰ ਜਿਹੜਾ ਹੈ ਉਹ ਤੁਹਾਨੂੰ ਪਤਾ ਹੀ ਹੈ ਕਈ ਮਾਮਲਿਆਂ ਦੇ ਵਿੱਚ ਖਰਾਬ ਹੋ ਚੁੱਕਾ। ਅਕਸਰ ਉਸ ਦੀਆਂ ਅਸੀਂ ਤਸਵੀਰਾਂ ਦੇਖਦੇ ਹਾਂ ਤੇ ਪੰਜਾਬ ਦੇ ਵਿੱਚ ਲਾਅ ਐਂਡ ਆਰਡਰ ਸਿਚੁਏਸ਼ਨ ਕਿਉਂ ਨਹੀਂ ਸੰਭਾਲੀ ਜਾ ਰਹੀ? ਸਾਰੀ ਦੀ ਸਾਰੀ ਪੰਜਾਬ ਪੁਲਿਸ ਉਧਰਲੇ ਪਾਸੇ ਕਿਉਂ ਲਾਈ ਜਾ ਰਹੀ ਹੈ? ਸੋ ਇਸ ਤੇ ਸਵਾਲ ਉੱਠਣਗੇ। ਜੀ ਮਦਨਦੀਪ ਜੀ, ਇੱਕ ਗੱਲ ਸਾਫ਼ ਆ, ਭਾਰਤੀ ਜਨਤਾ ਪਾਰਟੀ ਦਾ ਕਹਿਣਾ ਆ ਕਿ ਦਿੱਲੀ ਪੁਲਿਸ ਨਹੀਂ ਮਿਲੀ ਕੇਜਰੀਵਾਲ ਨੂੰ। ਜੇ ਦਿੱਲੀ ਪੁਲਿਸ ਮਿਲ ਜਾਂਦੀ ਤਾਂ ਫਿਰ ਤਾਂ ਅੱਧੇ ਵਿਰੋਧੀ ਅੰਦਰ ਹੋਣੇ ਸੀ। ਪਰ ਇਹ ਗੱਲ ਕਿਤੇ ਨਾ ਕਿਤੇ ਅਰਵਿੰਦ ਕੇਜਰੀਵਾਲ ਨੂੰ ਮੌਕਾ ਵੀ ਦੇ ਰਹੇ ਆ। ਉਹਨਾਂ ਕੋਲੇ ਦਿੱਲੀ ਦੀ ਪੁਲਿਸ ਨਹੀਂ ਹੈਗੀ, ਉਹਨਾਂ ਦੇ ਪੰਜਾਬ ਦੇ ਮੁੱਖ ਮੰਤਰੀ ਕੋਲੇ ਪੁਲਿਸ ਆ, ਤੇ ਕਿਹਾ ਇਹ ਜਾ ਰਿਹਾ ਹੈ ਕਿ ਇਸ ਪੁਲਿਸ ਦੀ ਦੁਰਵਰਤੋਂ ਅਰਵਿੰਦ ਕੇਜਰੀਵਾਲ ਕਰ ਰਿਹਾ। ਇਸ ਤਰ੍ਹਾਂ ਦੇ ਦੋਸ਼ ਹੈ ਸਾਰਾ ਦਿਨ ਲੱਗਦੇ ਰਹੇ ਆ। ਔਰ ਇਹਦੇ ਨਾਲ ਇਹ ਵੀ ਇੱਕ ਸਵਾਲ ਉੱਠਦਾ ਆ ਕਿ ਭਗਵੰਤ ਮਾਨ ਸੱਚਮੁੱਚ ਜਿਵੇਂ ਕਹਿੰਦੇ ਆ ਕਿ ਰਬੜ ਸਟੈਂਪ ਮੁੱਖ ਮੰਤਰੀ ਨੇ, ਇਸ ਤਰ੍ਹਾਂ ਦੀ ਛਵੀ ਉਹਨਾਂ ਦੀ ਵੀ ਬਣਾਉਣੀ ਜਿਹੜੀ ਹੈ ਉਹ ਵੀ ਠੀਕ ਨਹੀਂ ਹੈ। ਮਨਪ੍ਰੀਤ ਜੀ, ਅਗਲੀ ਜਿਹੜੀ ਖਬਰ ਹੈ ਪਟਵਾਰੀਆਂ ਦੀ। ਪਟਵਾਰੀਆਂ ਨੇ ਪਿੱਛੇ ਹਟਣ ਦੀ ਬਜਾਏ ਕਾਊਂਟਰ ਅਟੈਕ ਸ਼ੁਰੂ ਕਰ ਦਿੱਤੇ ਹੈ, ਵਿਜੀਲੈਂਸ ਦੇ ਖਿਲਾਫ ਮੋਰਚਾ ਖੋਲ ਲਿਆ ਹੈ। ਇਹ ਸਾਰਾ ਮਾਮਲਾ ਕਿੱਧਰ ਨੂੰ ਜਾ ਰਿਹਾ ਹੈ? ਦੇਖੋ ਮਦਨਦੀਪ ਜੀ, ਇਹਦੇ ਵਿੱਚ ਕੋਈ ਦੋ ਰਾਵਾ ਨਹੀਂ ਕਿ ਵਿਜੀਲੈਂਸ ਬਿਊਰੋ ਨੇ ਇੱਕ ਕੇਸ ਦਰਜ ਕੀਤਾ ਸੀ। ਦਿਦਾਰ ਸਿੰਘ ਇਹ ਪਟਵਾਰੀ ਨੇ, ਤੇ ਵਿਜੀਲੈਂਸ ਨੇ ਜਦੋਂ ਇਹ ਕੇਸ ਦਰਜ ਕੀਤਾ ਸੀ ਮਲੇਰਕੋਟਲੇ ਦੇ ਵਿੱਚ ਉਹ ਪੋਸਟਡ ਨੇ। ਇੱਕ ਉਹ ਸੀ, ਇੱਕ ਉਹਨਾਂ ਦੇ ਪ੍ਰਾਈਵੇਟ ਅਸਿਸਟੈਂਟ ਸੀ, ਇਸੇ ਤਰ੍ਹਾਂ ਇੱਕ ਨੰਬਰਦਾਰ ਸੀ, ਤੇ ਉਹਨਾਂ ਦੇ ਕਥਿਤ ਤੌਰ ਤੇ 10,000 ਰੁਪਇਆ ਨਕਦ ਲੈਣ ਦੇ ਲਈ ਉਹਨਾਂ ਨੂੰ ਗ੍ਰਿਫਤਾਰ ਕੀਤਾ ਸੀ। ਕਿਹਾ ਇਹ ਜਾ ਰਿਹਾ ਸੀ ਵਿਜੀਲੈਂਸ ਵੱਲੋਂ ਕਿ ਇਹਨਾਂ ਨੂੰ ਰੈੱਡ ਹੈਂਡਡ ਫੜਿਆ। ਹੁਣ ਹੋਰ ਕਈ ਮਾਮਲੇ ਆ, ਇਹ ਵੀ ਕਿਹਾ ਜਾ ਰਿਹਾ ਸੀ ਕਿ ਉਹਨਾਂ ਦੇ ਅਕਾਊਂਟਸ ਦੇ ਵਿੱਚੋਂ ਜਿਹੜੇ ਬੈਂਕ ਅਕਾਊਂਟਸ ਉਹਨਾਂ ਚੋਂ 25 ਲੱਖ ਰੁਪਇਆ ਨਿਕਲਿਆ। ਇਹ ਕਿਹਾ ਜਾ ਰਿਹਾ ਸੀ ਕਿ 33 ਰਜਿਸਟਰੀਆਂ ਉਹਨਾਂ ਦੇ ਘਰੋਂ ਮਿਲੀਆਂ, ਜਿਨ੍ਹਾਂ ਦੀ ਲਗਭਗ ਜਿਹੜੀ ਵੈਲਿਊ ਸੀ ਉਹ 1 ਕਰੋੜ ਤੇ 77 ਲੱਖ ਰੁਪਇਆ ਸੀ। ਇਹ ਵੀ ਕਿਹਾ ਜਾ ਰਿਹਾ ਸੀ ਕਿ ਉਹ ਚਲੋ ਪਟਵਾਰੀ ਸੀ ਤੇ ਨਾਲ ਦੀ ਨਾਲ ਉਹ ਇੱਕ ਆਨਰੇਰੀਅਮ ਪੈਸਾ ਜਿਹੜਾ ਹੈ, ਮਾਨ ਭੱਤਾ ਜਿਹਨੂੰ ਕਹਿੰਦੇ ਆ, ਉਹ ਵੀ ਕਹਿੰਦੇ ਸਰਕਾਰ ਤੋਂ ਲੈ ਰਹੇ ਸੀ, ਜਿਹਦੀ ਕਿ ਲਗਭਗ 2,01,000 ਦੇ ਕਰੀਬ ਉਹਨਾਂ ਨੇ ਆਨਰੇਰੀਅਮ ਲੈ ਲਿਆ ਸੀ। ਦੂਸਰੀ ਗੱਲ ਮਦਨਦੀਪ ਜੀ, ਇਹ ਸਾਰਾ ਕੁਝ ਜਦੋਂ ਚੱਲ ਰਿਹਾ ਸੀ ਤੇ ਉਹਨਾਂ ਤੇ तमाम ਤਰ੍ਹਾਂ ਦੇ ਕਰਪਸ਼ਨ ਦੇ ਇਲਜ਼ਾਮ ਲਾ ਕੇ ਇਹ ਸਾਰਾ ਕੁਝ ਹੋ ਰਿਹਾ ਸੀ, ਤੇ ਜਦੋਂ ਪਟਵਾਰੀਆਂ ਨੇ ਅੱਗੋਂ ਇਹ ਕਹਿਤਾ ਕਿ ਤੁਸੀਂ ਇਹ ਸਾਰਾ ਪ੍ਰੋਸੀਜਰ ਗਲਤ ਕਰ ਰਹੇ ਹੋ, ਤੁਸੀਂ ਠੀਕ ਨਹੀਂ ਕਰ ਰਹੇ, ਤੇ ਜਿਸ ਤਰ੍ਹਾਂ ਉਹ ਛੁੱਟੀ ਚਲੇ ਜਾਂਦੇ ਨੇ 15 ਮਈ ਤੇ ਜਿਹੜੇ ਪਟਵਾਰੀ ਨੇ ਜਾਂ ਕਾਨੂੰਗੋ ਨੇ ਉਹ ਮਦਨਦੀਪ ਜੀ ਆਲਰੇਡੀ ਛੁੱਟੀ ਤੇ ਜਾ ਚੁੱਕੇ ਆ। ਛੁੱਟੀ ਤੇ ਜਾਣ ਤੋਂ ਬਾਅਦ ਉਹਨਾਂ ਨੇ ਪ੍ਰੈਸ ਕਾਨਫਰੰਸ ਕੀਤੀ ਹੈ। ਇਹ ਦਿਦਾਰ ਸਿੰਘ ਛੋਕਰ ਜਿਹੜੇ ਪਟਵਾਰੀ ਨੇ ਉਹਨਾਂ ਨੇ ਪ੍ਰੈਸ ਕਾਨਫਰੰਸ ਕੀਤੀ ਹੈ, ਉਹਨਾਂ ਦੇ ਪਰਿਵਾਰ ਨੇ ਕੀਤੀ ਹੈ, ਤੇ ਉਹਨਾਂ ਨੇ ਪਹਿਲੀ ਵਾਰੀ ਇਹ ਦੱਸਿਆ ਕਿ ਸਾਡੇ ਪਰਿਵਾਰ ਦੀ ਜੁਆਇੰਟ ਜਿਹੜੀ ਹੈ ਐਗਰੀਕਲਚਰਲ ਲੈਂਡ 60 ਏਕੜ 300 ਬਿੱਗੇ ਤੱਕ ਉਹਨਾਂ ਨੇ ਦੱਸਿਆ। ਔਰ ਜਿਹੜਾ 25 ਲੱਖ ਰੁਪਇਆ ਉਹਨਾਂ ਦੀ ਮਾਤਾ ਜੀ ਨੇ ਪਿਛਲੇ ਦਿਨਾਂ ਦੇ ਵਿੱਚ ਕੋਈ ਜੱਦੀ ਜ਼ਮੀਨ ਵੇਚੀ ਸੀ ਜਾਂ ਕੋਈ ਇਸ ਤਰ੍ਹਾਂ ਦਾ ਪਲਾਟ ਵੇਚਿਆ ਸੀ, ਉਸ ਦੇ ਪੈਸੇ ਨੇ, ਇਸੇ ਕਰਕੇ ਉਹ ਬੈਂਕ 'ਚ ਨੇ। ਤੀਸਰੀ ਗੱਲ ਉਹਨਾਂ ਨੇ ਕਹੀ ਆਪਣੀ ਪ੍ਰੈਸ ਕਾਨਫਰੰਸ ਦੇ ਵਿੱਚ, ਉਹ ਬੜੀ ਇੰਪੋਰਟੈਂਟ ਹੈ ਕਿ ਜਿਹੜਾ ਨੰਬਰਦਾਰ ਹੁੰਦਾ ਜਾਂ ਜੇ ਕੋਈ ਅਹੁਦੇਦਾਰ ਜਿਹੜਾ ਗਵਰਨਮੈਂਟ ਦਾ ਕੋਈ ਅਫੀਸਰ ਹੋਵੇ ਜਾਂ ਕਰਮਚਾਰੀ ਹੋਵੇ, ਉਹ ਨੰਬਰਦਾਰ ਬਣ ਸਕਦਾ, ਆਨਰੇਰੀਅਮ ਲੈ ਸਕਦਾ। ਇਹ ਪੰਜਾਬ ਸਿਵਲ ਸਰਵਿਸਿਜ਼ ਰੂਲਸ ਕਹਿੰਦੇ ਆ। ਇੱਕ ਉਹਨਾਂ ਨੇ ਉਦਾਹਰਨ ਦਿੱਤੀ ਹੈ ਕਿ ਜਿਹੜੇ ਸਾਬਕਾ ਸੀਨੀਅਰ IAS ਆਫੀਸਰ ਸੀ DS ਬੈਸ, ਜਿਹੜੇ ਬਾਅਦ ਦੇ ਵਿੱਚ ਹੋਮ ਸੈਕਟਰੀ ਵੀ ਰਹੇ ਆ, ਉਹ ਵੀ ਕਿਸੇ ਟਾਈਮ ਫਤਿਹਗੜ੍ਹ ਸਾਹਿਬ ਦੇ ਵਿੱਚ
ਡਿਪਟੀ ਕਮਿਸ਼ਨਰ ਸੀ ਤੇ ਨਾਲ ਦੀ ਨਾਲ ਉਹ ਇੱਕ ਪਿੰਡ ਦੇ ਨੰਬਰਦਾਰ ਵੀ ਸੀ। ਸੋ ਆਨਰੇਰੀਅਮ ਲੈਣਾ, ਜਿਹੜਾ ਆਨਰੇਰੀਅਮ ਜਿਹਨੂੰ ਅਸੀਂ ਕਹਿੰਦੇ ਆ ਮਾਨ ਪੱਤਾ, ਉਹ ਗੈਰ ਕਾਨੂੰਨੀ ਨਹੀਂ ਆ। ਸੋ ਇਹਨਾਂ ਨੇ ਮੋਰਚਾ ਇਸ ਕਰਕੇ ਖੋਲਿਆ ਕਿ ਜਿਹੜੇ ਸਤਨਾਮ ਸਿੰਘ ਵਿਰਕ ਨੇ ਡੀਐਸਪੀ ਵਿਜੀਲੈਂਸ ਦੇ, ਕਹਿੰਦੇ ਉਹਨਾਂ ਨੇ ਪ੍ਰੋਪਰ ਪ੍ਰੋਸੀਜਰ ਨਹੀਂ ਫੋਲੋ ਕੀਤਾ। ਇਹ ਸਿਰਫ ਤੇ ਸਿਰਫ ਇੱਕ ਪੋਲੀਟੀਕਲ ਮਾਮਲਾ, ਕਿਉਂਕਿ ਜਿਹੜੇ ਇਹ ਦਦਾਰ ਸਿੰਘ ਛੋਕਰ ਨੇ, ਇਹ ਸਿਮਰਨਜੀਤ ਸਿੰਘ ਮਾਨ ਦੀ ਪਾਰਟੀ ਜਾਂ ਉਹਨਾਂ ਦੇ ਕਰੀਬੀ ਦੱਸੇ ਜਾਂਦੇ ਨੇ, ਤੇ ਜਿਹੜੇ ਆਮ ਆਦਮੀ ਪਾਰਟੀ ਆ ਇਸ ਚੀਜ਼ ਨੂੰ ਸ਼ਾਇਦ ਕਿਤੇ ਬਰਦਾਸ਼ਤ ਨਹੀਂ ਕਰ ਪਾ ਰਹੀ। ਇਹ ਉਹਨਾਂ ਦਾ ਇਲਜ਼ਾਮ ਸੀ। ਦੂਸਰੇ ਪਾਸੇ ਇੱਕ ਹੋਰ ਉੱਥੇ ਪਟਵਾਰੀ ਆ, ਮੋਹਨ ਸਿੰਘ ਭੇਟਪੁਰਾ। ਇਹ ਮੋਹਨ ਸਿੰਘ ਭੇਟਪੁਰਾ ਫਤਿਹਗੜ੍ਹ ਦੇ ਵਿੱਚ ਅੱਜ ਕਾਨੂੰਨ ਗੋ ਇਹ ਉੱਥੇ ਪੋਸਟਡ ਨੇ ਅੱਜ ਕੱਲ ਦੇ ਟਾਈਮ ਦੇ ਉੱਤੇ। ਇਹਨਾਂ ਤੇ ਵੀ ਕਿਸੇ ਟਾਈਮ ਇਸ ਤਰ੍ਹਾਂ ਦੇ ਮਾਮਲੇ ਸੀ। ਇਹਨਾਂ ਨੇ ਇੱਕ ਗੱਲ ਬੜੀ ਇੰਪੋਰਟੈਂਟ ਕਹੀ ਆ, ਉਹ ਕਹਿੰਦੇ ਵੀ ਸਾਡੇ ਮਹਿਕਮੇ ਦੇ ਵਿੱਚ, ਸਾਡੇ ਪਟਵਾਰੀਆਂ ਦੇ ਵਿੱਚ, ਕਾਨੂੰਗੋਆਂ ਦੇ ਵਿੱਚ, ਨਾਇਬ ਤਹਿਸੀਲਦਾਰਾਂ ਦੇ ਵਿੱਚ ਹੋ ਸਕਦਾ ਕਾਲੀਆਂ ਭੇਡਾਂ ਹੋਣ, ਕੋਈ ਇਹਦੇ ਵਿੱਚ ਦੋ ਸ਼ੱਕ ਨਹੀਂ, ਜ਼ਰੂਰ ਫੜੋ। ਜੇ ਕਰਪਟ ਹੋਣਗੇ ਸਾਡੇ ਬੰਦੇ, ਅਸੀਂ ਉਹਨਾਂ ਦੇ ਨਾਲ ਨਹੀਂ ਖੜਾਂਗੇ, ਪਰ ਜੇ ਤੁਸੀਂ ਜਾਣ ਬੁੱਝ ਕੇ ਇਹ ਚੀਜ਼ਾਂ ਕਰੋਗੇ ਤੇ ਫਿਰ ਅਸੀਂ ਇਸ ਨੂੰ ਬਰਦਾਸ਼ਤ ਨਹੀਂ ਕਰਾਂਗੇ। ਉਹਨਾਂ ਨੇ ਇਹ ਵੀ ਦੱਸਿਆ, ਪੰਜਾਬ ਦੇ ਵਿੱਚ ਜਿਹੜੇ ਪਟਵਾਰ ਸਰਕਲਸ ਨੇ 4716, 4716 ਨੇ। ਔਰ ਤੁਹਾਨੂੰ ਜਾਣ ਕੇ ਹੈਰਾਨੀ ਹੋਊਗੀ ਕਿ ਇਸ ਟਾਈਮ ਪੰਜਾਬ ਦੇ ਵਿੱਚ ਕੇਵਲ ਉਹ ਜਿਹੜੇ ਸਰਕਲ ਆ ਉਹ 1700 ਸਰਕਲ ਕੰਮ ਕਰ ਰਹੇ ਨੇ। 3000 ਦੇ ਕਰੀਬ ਇਹ ਸਾਰੇ ਪਟਵਾਰੀਆਂ ਦੇ ਪੋਸਟ ਜਿਹੜੀਆਂ ਉਹ ਖਾਲੀ ਪਈਆਂ ਨੇ। ਯਾਨੀ ਕਿ ਅੱਧੀ ਨਫਰੀ ਨਾਲ ਵੀ ਕੰਮ ਨਹੀਂ ਚੱਲ ਰਿਹਾ। ਔਰ ਇਹਨਾਂ ਕੋਲੇ ਕਈਆਂ ਕੋਲੇ 400 600 ਪਿੰਡ ਦਾ ਕੰਮ ਆ। ਸੋ ਇੱਕ ਪਾਸੇ ਤਾਂ ਤੁਸੀਂ ਉਹਨਾਂ ਤੋਂ ਇਹ ਕੰਮ ਲੈ ਰਹੇ ਹੋ, ਔਰ ਦੂਸਰਾ ਤੁਸੀਂ ਉਹਨਾਂ ਤੇ ਜੇ ਇਸ ਤਰ੍ਹਾਂ ਦੇ ਝੂਠੇ ਪਰਚੇ ਦਰਜ ਕਰੋਗੇ, ਕਿਉਂਕਿ ਇਸ ਦਾ ਪੁਰਾਣਾ ਇਤਿਹਾਸ ਆ। ਮੋਹਨ ਸਿੰਘ ਭੇਟਪੁਰਾ ਦੀ ਮੈਂ ਤੁਹਾਨੂੰ ਛੋਟੀ ਜਿਹੀ ਗੱਲ ਸੁਣਾ ਦਿੰਦਾ। ਸਨ 2009 ਦੇ ਵਿੱਚ ਤੁਹਾਨੂੰ ਯਾਦ ਹੋਣਾ, ਸ਼ਿਵ ਕੁਮਾਰ ਸ਼ਰਮਾ ਹੁੰਦੇ ਸੀ ਵਿਜੀਲੈਂਸ ਦੇ, ਉਹ ਜਿਹੜੇ ਸੀਗੇ ਐਸਐਸਪੀ ਸੀਗੇ ਤੇ ਪਟਿਆਲੇ ਪੋਸਟਡ ਸੀ, ਪੰਜਾਬ ਵਿਜੀਲੈਂਸ ਬਿਊਰੋ ਦੇ ਐਸਐਸਪੀ। ਤੁਸੀਂ ਦੇਖੋ ਕਿ ਉਹਨਾਂ ਨੇ ਉਹਨਾਂ ਦਿਨਾਂ ਦੇ ਵਿੱਚ, ਇਹ ਬੜਾ ਇੰਟਰਸਟਿੰਗ ਆ ਮਦਨਦੀਪ ਜੀ, ਉਹਨਾਂ ਦਿਨਾਂ ਦੇ ਵਿੱਚ ਉਹਨਾਂ ਨੇ ਆਪਣਾ ਕੋਈ ਜੱਦੀ ਜ਼ਮੀਨ ਜਿਹੜੇ ਮਕਾਨ ਸੀ ਉਹ ਵੇਚਿਆ ਸੀ, ਆਪਣੇ ਭਰਾ ਦੇ ਨਾਲ ਉਹਨਾਂ ਦਾ ਸਾਂਝਾ ਮਕਾਨ ਸੀ, ਉਹ ਵੇਚ ਕੇ ਉਹਨਾਂ ਨੇ 2.5 ਏਕੜ ਜ਼ਮੀਨ ਰੁੜਕੀ ਪਿੰਡਾ ਪਟਿਆਲੇ ਤੇ ਸਰਹੰਦ ਦੇ ਦਰਮਿਆਨ ਉੱਥੇ ਐਗਰੀਕਲਚਰ ਜ਼ਮੀਨ ਲੈ ਲਈ ਸੀ। ਤੇ ਇਹ ਜਿਹੜੇ ਮੋਹਨ ਸਿੰਘ ਭੇਟਪੁਰਾ ਨੇ ਉੱਥੇ ਪਟਵਾਰੀ ਸੀ। ਇਹ ਜਦੋਂ ਗਏ ਉੱਥੇ ਤੇ ਪਹਿਲਾਂ ਤਾਂ ਇਹ ਪਤਾ ਲੱਗਾ ਕਿ ਉਹਨਾਂ ਨੇ 70,000 ਦੇ ਜਿਹੜੇ ਅਸਟਾਮ ਨੇ, ਜਾਂ ਜਿਹਨੂੰ ਅਸੀਂ ਸਟੈਂਪ ਪੇਪਰ ਕਹਿੰਦੇ ਆ, ਉਹ ਕਿਸੇ ਤਹਿਸੀਲਦਾਰ ਤੋਂ ਲਵਾ ਲਏ, ਕਿਉਂਕਿ ਉਹ ਐਸਐਸਪੀ ਵਿਜੀਲੈਂਸ ਸੀ। ਦੂਸਰਾ ਤੁਹਾਨੂੰ ਪਤਾ, ਸ਼ਿਵ ਕੁਮਾਰ ਸ਼ਰਮਾ ਸੁਮੇਧ ਸਿੰਘ ਸੈਣੀ ਦੇ ਬੜੇ ਖਾਸ ਮੰਨੇ ਜਾਂਦੇ ਸੀ, ਇਹ ਵੀ ਆਪਾਂ ਨੂੰ ਪਤਾ। ਤੁਸੀਂ ਇੱਕ ਹੋਰ ਬੜੀ ਹੈਰਾਨੀ ਦੀ ਗੱਲ ਹੋਊਗੀ, ਜਦੋਂ ਉਹਨਾਂ ਨੇ, ਕਿਉਂਕਿ ਮੋਹਨ ਸਿੰਘ ਪਟਵਾਰੀ ਸੀ ਉੱਥੇ, ਉਹਨਾਂ ਨੇ ਕਿਹਾ ਇਹ ਸ਼ਿਵ ਕੁਮਾਰ ਸ਼ਰਮਾ ਨੇ ਕਿ ਹੁਣ ਮੈਨੂੰ ਇਹਦਾ ਇੰਤਕਾਲ ਕਰ ਦਿਓ ਤੇ ਫਰਦ ਦੇ ਦਿਓ। ਉਹਨਾਂ ਨੇ ਇੰਤਕਾਲ ਕਰਤਾ, ਮਿਊਟੇਸ਼ਨ ਕਰਤੀ, ਫਰਦ ਉਹਨਾਂ ਨੇ ਲੈ ਲਈ ਤੇ ਮੋਹਨ ਸਿੰਘ ਪਟਵਾਰੀ ਨੇ ਉਹਨਾਂ ਤੋਂ 20 ਰੁਪਏ ਮੰਗੇ। ਉਹ ਇਸ ਗੱਲ ਤੇ ਉਹਨਾਂ ਦਾ ਕਮੰਡ ਸੀ, ਜਿਹੜਾ ਹੰਕਾਰ ਸੀ, ਉਹ ਇੰਨਾ ਵੱਧ ਗਿਆ। ਉਹ ਕਹਿੰਦੇ ਮੈਂ ਵਿਜੀਲੈਂਸ ਦਾ ਐਸਐਸਪੀ ਪਟਿਆਲੇ ਤੋਂ, ਤੂੰ ਮੇਰੇ ਤੋਂ 20 ਰੁਪਏ ਮੰਗ ਰਿਹਾ। ਤੇ ਮੋਹਨ ਸਿੰਘ ਨੇ ਜਵਾਬ ਦਿੱਤਾ ਕਿ ਮੈਂ ਜਿਹੜੀ ਜ਼ਮੀਨ ਹੈ, ਮੇਰੇ ਕੋਲ 3000 ਏਕੜ ਜ਼ਮੀਨ ਦੇ ਮੈਂ ਇੱਕ ਤਰ੍ਹਾਂ ਦਾ ਉਹਦਾ ਕੇਅਰ ਟੇਕਰ ਆ, ਮੇਰਾ ਧਿਆਨ ਆ, ਜੇ ਕੋਈ ਵੀ ਮੇਰੇ ਤੋਂ ਫਰਦ ਮੰਗੂਗਾ, ਤੁਸੀਂ ਤਾਂ ਚਲੋ ਐਸਐਸਪੀ ਵਿਜੀਲੈਂਸ ਆ, ਜੇ ਉਹਨਾਂ ਦਿਨਾਂ ਦੇ ਵਿੱਚ ਬਰਾਕ ਓਬਾਮਾ ਜਿਹੜੇ ਸੀ ਉਹ ਪ੍ਰੈਜ਼ੀਡੈਂਟ ਸੀ ਅਮਰੀਕਾ ਦੇ, ਉਹ ਕਹਿੰਦੇ ਜੇ ਅਮਰੀਕਾ ਦੇ ਪ੍ਰੈਜ਼ੀਡੈਂਟ ਵੀ ਮੇਰੇ ਤੋਂ ਮੰਗਣਗੇ, ਮੈਂ ਉਹਨਾਂ ਤੋਂ ਵੀ 20 ਰੁਪਏ ਮੰਗੂਗਾ। ਤੁਸੀਂ ਮਦਨਦੀਪ ਜੀ ਜਾਣ ਕੇ ਹੈਰਾਨ ਹੋਵੋਗੇ ਕਿ ਉਸ ਤੋਂ ਬਾਅਦ ਉਹਨਾਂ ਨੂੰ ਇੰਨੇ ਝੂਠੇ ਕੇਸਾਂ 'ਚ ਫਸਾਇਆ ਗਿਆ, ਉਹਨਾਂ ਨੂੰ ਜੇਲ੍ਹ ਤੱਕ ਕਰਵਾ ਦਿੱਤੀ ਗਈ। ਮੈਂ ਇੱਕ ਇਮਾਨਦਾਰ ਪਟਵਾਰੀ ਹੋਣ ਦੀ ਗੱਲ ਵੀ ਸੁਣਾਉਣਾ, ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਆਪਾਂ ਬਿਲਕੁਲ ਇਹ ਗੱਲ ਠੀਕ ਆ ਕਿ ਮਾਲ ਮਹਿਕਮੇ ਦੇ ਵਿੱਚ, ਰੈਵਨਿਊ ਮਹਿਕਮੇ ਦੇ ਵਿੱਚ ਬਹੁਤ ਸਾਰੇ ਇਸ ਤਰ੍ਹਾਂ ਦੇ ਬਦਨਾਮ ਲੋਕ ਨੇ ਜਿਹੜੇ ਕਰਪਟ ਨੇ, ਰਿਸ਼ਵਤਾਂ ਲੈਂਦੇ ਨੇ। ਪਰ ਇਸ ਤਰ੍ਹਾਂ ਦੀਆਂ ਵੀ ਉਦਾਹਰਨਾਂ ਹੈ ਜਿੱਥੇ ਉਹਨਾਂ ਤੇ ਕੇਸ ਦਰਜ ਹੋਏ। ਔਰ ਤੁਸੀਂ ਜਾਣ ਕੇ ਤੁਹਾਨੂੰ ਹੈਰਾਨੀ ਹੋਏਗੀ ਕਿ ਇਹਦੇ ਜਦੋਂ ਇਸ ਦੀ ਇਨਕੁਆਇਰੀ ਕੀਤੀ ਗਈ, ਇੱਕ ਆਈਜੀਸੀ ਗੁਰਿੰਦਰ ਸਿੰਘ ਢਿੱਲੋਂ, ਕਈ ਪੁਲਿਸ ਆਫੀਸਰ ਇਹਦੇ ਵਿੱਚ ਗਲਤ ਪਾਏ ਗਏ। ਇਸ ਤੋਂ ਬਾਅਦ ਹਾਲਾਂਕਿ ਸ਼ੁਰੂ ਦੇ ਵਿੱਚ ਸੁਮੇਧ ਸਿੰਘ ਸੈਣੀ ਹੋਣਾ ਨੇ ਆਪਣੇ ਇਨਫਲੂਐਂਸ ਦਾ ਇਸਤੇਮਾਲ ਕੀਤਾ ਕਿਉਂਕਿ ਉਹ ਸ਼ਿਵ ਕੁਮਾਰ ਸ਼ਰਮਾ ਦੇ ਨਾਲ ਸੀ, ਪਰ ਬਾਅਦ ਦੇ ਵਿੱਚ ਉਹਨਾਂ ਨੂੰ ਕਿਉਂਕਿ ਪ੍ਰੈਸ਼ਰ ਇੰਨਾ ਸੀ, ਉਹਨਾਂ ਨੂੰ ਵੀ ਕਿਤੇ ਜਾ ਕੇ ਮੋਹਨ ਸਿੰਘ ਜਿਹੜੇ ਭੇਟਪੁਰਾ ਨੇ ਉਹਨਾਂ ਦਾ ਸਾਥ ਦੇਣਾ ਪਿਆ। ਔਰ ਮੈਂ ਅਖੀਰਲੀ ਗੱਲ ਕਹਿ ਕੇ ਖਤਮ ਕਰੂੰਗਾ ਕਿ ਅੱਜ ਵੀ ਉਹਦਾ ਚਲਾਨ ਪੇਸ਼ ਨਹੀਂ ਹੋਇਆ। ਮੈਂ ਸਨ 2009 ਦੀ ਗੱਲ ਕਰ ਰਿਹਾ, ਉਹਦੀ ਮਿਸਲ ਹਜੇ ਵੀ ਸੀਬੀਆਈ ਕੋਲੇ ਪਈ ਆ। ਸੋ ਇਹ ਹਾਲਾਤ ਨੇ। ਇਹ ਮਾਮਲਾ ਪ੍ਰਕਾਸ਼ ਸਿੰਘ ਬਾਦਲ ਹੋਣਾ ਕੋਲੇ ਵੀ ਪਹੁੰਚਿਆ ਸੀ, ਉਹਨਾਂ ਨੇ ਵੀ ਇਸ ਮਾਮਲੇ ਦਾ ਕੋਈ ਹੱਲ ਨਹੀਂ ਕੀਤਾ। ਇਹ ਮਾਮਲਾ ਕੈਪਟਨ ਅਮਰਿੰਦਰ ਸਿੰਘ ਕੋਲੇ ਵੀ ਗਿਆ ਸੀ। ਸੋ ਇਸ ਤਰ੍ਹਾਂ ਦੀ ਵੀ ਸਾਡੇ ਕੋਲ ਉਦਾਹਰਨਾਂ ਨੇ। ਜੀ ਮਦਨਦੀਪ ਜੀ, ਬਿਲਕੁਲ ਠੀਕ ਤੁਹਾਡੀ ਗੱਲ ਹੈਗੀ ਹੈ। ਔਰ ਮਹਿਕਮੇ, ਸਾਰੇ ਮਹਿਕਮਿਆਂ ਵਿੱਚ ਕੋਈ ਨਾ ਕੋਈ ਤਾਂ ਲੂਪਹੋਲ ਹੁੰਦਾ ਹੀ ਹੈ, ਕਮਜ਼ੋਰੀ ਹੁੰਦੀ ਹੈ। ਸੋ ਅਗਲੀ ਖਬਰ ਜਿਹੜੀ ਹੈ
ਜ਼ਮੀਨਾਂ ਛਡਾਉਣ ਦੇ ਵਿੱਚ ਸਰਕਾਰ ਵਾਹ ਖੱਟ ਰਹੀ ਹੈ ਪੰਚਾਇਤੀ ਜ਼ਮੀਨਾਂ ਛਡਾਉਣ ਦੇ ਮਾਮਲੇ 'ਚ, ਪਰ ਦਲਿਤ ਭਾਈਚਾਰੇ ਨੇ ਸਰਕਾਰ ਦੇ ਖਿਲਾਫ ਜਿਹੜਾ ਫਰੰਟ ਖੋਲਣ ਦਾ ਫੈਸਲਾ ਕੀਤਾ ਹੈ, ਇਹ ਕੀ ਹੈ ਮਨਪ੍ਰੀਤ ਜੀ? ਦੇਖੋ, ਦਰਅਸਲ ਹੋਇਆ ਕੀ ਆ, ਜਿਹੜੀਆਂ ਪੰਚਾਇਤੀ ਜ਼ਮੀਨਾਂ ਹੁੰਦੀਆਂ, ਇੱਕ ਨੋਟੀਫਿਕੇਸ਼ਨ ਹੋਈ ਸੀ ਸਨ 2018 ਦੀ, ਲਗਾਤਾਰ ਹੁੰਦੀ ਆ ਰਹੀ। 1/3 ਹਿੱਸਾ ਪੰਚਾਇਤੀ ਜ਼ਮੀਨਾਂ ਦਲਿਤ ਭਾਈਚਾਰੇ ਨੂੰ ਦਿੱਤੀਆਂ ਜਾਂਦੀਆਂ, ਗਰੀਬ ਲੋਕਾਂ ਨੂੰ ਦਿੱਤੀਆਂ ਜਾਂਦੀਆਂ, ਤਾਂ ਕਿ ਉਹ ਵਾਹ ਕੇ ਤੇ ਆਪਣੀ ਗੁਜ਼ਰ ਬਸਰ ਕਰ ਸਕਣ। ਉਹਨਾਂ ਦੀ ਆਕਸ਼ਨ ਹੁੰਦੀ ਆ, ਲਗਭਗ 20,000 ਤੋਂ 30,000, ਕਾਫੀ ਨੋਮੀਨਲ ਹੁੰਦੀ ਆ, ਤੇ ਉਹਨਾਂ ਦੇ ਵਿੱਚ ਜਿਹੜੀ ਐਨੂਅਲ ਕੋਈ ਇਨਕਰੀਜ਼ ਹੁੰਦੀ ਹੈ ਜਾਂ ਕੋਈ ਇਨਹਾਂਸਮੈਂਟ ਹੁੰਦੀ ਆ ਜਾਂ ਰੇਟ ਵਧਾਏ ਜਾਣ ਦੀ ਆਮ ਤੌਰ ਤੇ ਕੋਈ ਪ੍ਰੋਵੀਜ਼ਨ ਨਹੀਂ ਹੁੰਦੀ। ਹੋਇਆ ਕੀ ਮਦਨਦੀਪ ਜੀ, 10 ਮਾਰਚ ਨੂੰ ਆਪਣੇ ਨਤੀਜੇ ਆਏ ਔਰ 10 ਮਾਰਚ ਨੂੰ ਇੱਕ ਨੋਟੀਫਿਕੇਸ਼ਨ ਆ ਗਈ। ਹਾਲਾਂਕਿ ਇਹਦੇ ਵਿੱਚ ਆਮ ਆਦਮੀ ਪਾਰਟੀ ਦਾ ਮੈਨੂੰ ਨਹੀਂ ਲੱਗਦਾ ਕੋਈ ਹੱਥ ਹੋਊਗਾ, ਕਿਉਂਕਿ ਉਹਨਾਂ ਦੀ ਤਾਂ 16 ਮਾਰਚ ਨੂੰ ਪਹਿਲੀ ਵਾਰੀ ਮੁੱਖ ਮੰਤਰੀ ਬਣਦੇ ਨੇ, ਉਸ ਦਿਨ ਤਾਂ ਰਿਜ਼ਲਟ ਹੀ ਆਏ ਸੀ। ਪਰ ਜਿਸ ਵੀ ਵਿਅਕਤੀ ਨੇ ਨੋਟੀਫਿਕੇਸ਼ਨ ਕੀਤੀ, ਉਹਨਾਂ ਨੇ ਦੇਖਿਆ ਨੇ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਸਰਕਾਰ ਲਈ ਇਹ ਬੜੀਆਂ ਔਕੜਾਂ ਖੜੀਆਂ ਕਰ ਸਕਦੀ ਆ। ਪਹਿਲਾਂ ਕੀ ਹੁੰਦਾ ਸੀ ਕਿ ਇੱਕ ਤਾਂ ਜੇ 5 ਤੋਂ ਵੱਧ ਵਿਅਕਤੀ ਆ ਜਾਣ ਤੇ ਉਹਨਾਂ ਨੂੰ ਤਰਜੀਹ ਦੇ ਤੌਰ ਤੇ ਪੰਚਾਇਤੀ ਜ਼ਮੀਨ ਮਿਲਦੀ ਸੀ ਕਿ ਉਹਨਾਂ ਨੂੰ ਉਹ ਪੱਟੇ ਤੇ 3 ਸਾਲ ਲਈ ਲੈ ਲੈਂਦੇ ਸੀ, ਜਿਹਨੂੰ ਆਪਾਂ ਲੀਜ਼ ਤੇ ਕਹਿ ਲੈਂਦੇ ਆ, ਉਹ ਲੈ ਲੈਂਦੇ ਸੀ। ਅੱਛਾ, ਇਹ ਪ੍ਰੋਵੀਜ਼ਨ ਜਿਹੜੀ ਆ ਉਹ ਖਤਮ ਕਰ ਦਿੱਤੀ ਗਈ। ਫਿਰ ਜਿਹੜੀ 20 ਤੋਂ 30,000 ਦਾ, ਉਹਨਾਂ ਦੇ ਵਿੱਚ 15% ਤਾਂ ਇਨਕਰੀਜ਼ ਕਰ ਦਿੱਤਾ ਗਿਆ। ਇਸੇ ਤਰ੍ਹਾਂ ਇਸ ਤੋਂ ਵੀ ਜ਼ਿਆਦਾ ਜ਼ਮੀਨ ਦੇ ਵਿੱਚ ਕੋਈ 7.5%, ਕੋਈ 5%। ਸੋ ਜਿਹੜੀ ਘੱਟ ਰੇਟ ਦੀਆਂ ਜ਼ਮੀਨਾਂ ਜਿੱਥੇ 20 ਤੋਂ 30,000 ਦੇ, ਉਹਦੇ ਵਿੱਚ ਸਭ ਤੋਂ ਜ਼ਿਆਦਾ ਜੇ ਗਰੀਬ ਵਿਅਕਤੀ ਜਾਂ ਦਲਿਤ ਭਾਈਚਾਰੇ ਨੂੰ ਨੁਕਸਾਨ ਹੋਣਾ। ਇਹ ਵੀ ਹੋਇਆ ਕਿ ਜਿਹੜੀਆਂ ਆਕਸ਼ਨਸ ਇਹ ਹੁੰਦੀਆਂ ਸੀ, ਇਹ ਅਲੱਗ-ਅਲੱਗ ਹੁੰਦੀਆਂ ਸੀ ਕਿ ਤਾਂ ਕਿ ਕਿਸੇ ਤਰ੍ਹਾਂ ਦਾ ਕੋਈ ਟਕਰਾਅ ਨਾ ਹੋਵੇ, ਉਹ ਪ੍ਰੋਵੀਜ਼ਨ ਵੀ ਖਤਮ ਕਰ ਦਿੱਤੀ ਗਈ। ਬਹੁਤ ਸਾਰੀਆਂ ਇਸ ਤਰ੍ਹਾਂ ਦੀਆਂ ਚੀਜ਼ਾਂ ਜਿਹੜੀਆਂ ਕਿ ਪ੍ਰਿਵਿਲੇਜਸ ਮਿਲਦੀਆਂ ਸੀ ਜਾਂ ਬੈਨੀਫਿਟ ਮਿਲਦੇ ਸੀ ਦਲਿਤ ਭਾਈਚਾਰੇ ਨੂੰ, ਉਹ ਖਤਮ ਕਰ ਦਿੱਤੀਆਂ ਗਈਆਂ। ਔਰ ਮੈਂ ਤੁਹਾਨੂੰ ਅਖੀਰਲੀ ਗੱਲ ਦੱਸ ਦਿੰਦਾ ਕਿ ਹੁਣ ਉਹਨਾਂ ਨੇ ਭਗਵੰਤ ਮਾਨ ਪੰਜਾਬ ਦੇ ਮੁੱਖ ਮੰਤਰੀ ਦਾ ਘਰ ਘੇਰਨ ਦਾ ਐਲਾਨ ਕਰ ਦਿੱਤਾ। 12 ਮਈ ਨੂੰ ਉਹ ਸੰਗਰੂਰ ਦੇ ਵਿੱਚ ਸਤੌਜ ਪਿੰਡ ਉਹਨਾਂ ਦਾ ਘਰ ਘੇਰਨਗੇ, ਕਿਉਂਕਿ ਚੰਡੀਗੜ੍ਹ ਤਾਂ ਉਹਨਾਂ ਦੇ ਰੈਜ਼ੀਡੈਂਸ ਜਾਣ ਦੀ ਇਜਾਜ਼ਤ ਨਹੀਂ, ਮਟਕਾ ਚੌਂਕ ਤੇ ਰੋਕ ਲਿਆ ਜਾਂਦਾ, ਤੁਹਾਨੂੰ ਪਤਾ ਹੀ ਹੈ। ਸੋ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਦਲਿਤ ਭਾਈਚਾਰਾ ਇਸ ਮਾਮਲੇ ਨੂੰ ਅੱਗੇ ਵਧਾਏਗਾ। ਆਮ ਆਦਮੀ ਪਾਰਟੀ ਨੇ ਹਾਲਾਂਕਿ ਜੋ ਮੈਂ ਸੁਣ ਰਿਹਾ ਸੀ, ਇਹਨਾਂ ਨੇ ਡਿਨਾਈ ਕੀਤਾ ਕਿ ਅਸੀਂ ਤਾਂ ਕੁਝ ਕੀਤਾ ਨਹੀਂ, ਪਰ ਇਹ 10 ਮਾਰਚ ਦੀ ਆਪਣੀ ਨੋਟੀਫਿਕੇਸ਼ਨ ਪੜ੍ਹ ਲੈਣ। ਉਸ ਨੋਟੀਫਿਕੇਸ਼ਨ ਦੇ ਵਿੱਚ ਕਈ ਤਰ੍ਹਾਂ ਦੇ ਰੂਲਸ ਆ ਜਿਹੜੇ ਉਹ ਬਦਲ ਦਿੱਤੇ ਗਏ ਆ। ਇਸੇ ਕਰਕੇ ਜਿਹੜਾ ਦਲਿਤ ਭਾਈਚਾਰਾ ਉਹ ਆਮ ਆਦਮੀ ਪਾਰਟੀ ਤੋਂ ਨਾਰਾਜ਼ ਆ ਤੇ ਉਹ ਚਾਹੁੰਦੇ ਨੇ ਕਿ ਇਸ ਨੋਟੀਫਿਕੇਸ਼ਨ ਨੂੰ ਵਾਪਸ ਲਿਆ ਜਾਵੇ ਤੇ ਜਿਹੜੀ ਪਹਿਲੀ ਨੋਟੀਫਿਕੇਸ਼ਨ ਆ ਉਸੇ ਤਰ੍ਹਾਂ ਜਿਹੜੇ ਰੂਲਸ ਆ ਉਹ ਲਾਗੂ ਕੀਤੇ ਜਾਣ। ਜੀ ਮਦਨ, ਬੇਸ਼ੱਕ ਆਮ ਆਦਮੀ ਪਾਰਟੀ ਦਾ ਬਿਆਨ ਤਾਂ ਹੈਗਾ ਜਾਂ ਸਰਕਾਰ ਦਾ ਵੀ ਬਿਆਨ, ਤੇ ਗੱਲ ਤਾਂ ਇਹ ਹੈ ਨਾ ਕਿ ਮੰਤਰਾਲੇ ਦੇ ਅਧਿਕਾਰੀਆਂ ਦੇ ਵਿੱਚ ਇਹਦਾ ਮਤਲਬ ਤਾਲਮੇਲ ਨਹੀਂ ਹੈ। ਜਿਹੜਾ ਮਹਿਕਮੇ ਦਾ ਮੰਤਰੀ ਹੈ, ਉਹਨਾਂ ਨੂੰ ਤਾਂ ਪਤਾ ਹੋਣਾ ਚਾਹੀਦਾ ਨਾ ਕਿ ਕੋਈ ਨਵਾਂ ਨੋਟੀਫਿਕੇਸ਼ਨ ਜਾਰੀ ਹੋ ਰਿਹਾ ਹੈ, ਉਹ ਕਿਉਂ ਕੀਤਾ ਜਾ ਰਿਹਾ ਹੈ, ਕੋਈ ਨੋਟਿਸ ਵਿੱਚ ਹੀ ਨਹੀਂ, ਤਾਲਮੇਲ ਹੀ ਨਹੀਂ ਹੈ। ਇਹ ਤਾਂ ਸਵਾਲ ਹੈ ਨਾ ਸਰਕਾਰ ਦੇ ਉੱਪਰ। ਜੀ ਬਿਲਕੁਲ, ਤੁਹਾਡੀ ਗੱਲ ਠੀਕ ਹੈ। ਸੋ ਸਰਕਾਰ ਘੱਟੋ ਘੱਟ ਉਹ ਨੋਟੀਫਿਕੇਸ਼ਨ ਨੂੰ ਪੜ੍ਹੇ ਔਰ ਉਹ ਚ ਦੇਖੇ ਕਿ ਵਾਕਿਆ ਸਾਰੇ ਰੂਲਸ ਚੇਂਜ ਹੋਏ ਆ, ਕਿਉਂਕਿ ਬਹੁਤ ਸਾਰੀਆਂ ਪਿਛਲੇ ਦਿਨਾਂ ਦੇ ਵਿੱਚ ਵੱਡੀਆਂ ਅੰਗਰੇਜ਼ੀ ਦੀਆਂ ਜਿਹੜੀਆਂ ਅਖਬਾਰਾਂ ਨੇ, ਉਹਨਾਂ ਨੇ ਵੀ ਇਹ ਚੀਜ਼ ਰਿਪੋਰਟ ਕੀਤੀ ਆ। ਔਰ ਸਰਕਾਰ ਦੇ, ਮੈਨੂੰ ਲੱਗਦਾ ਕਿ ਉਹਨਾਂ ਦੇ ਧਿਆਨ ਦੇ ਵਿੱਚ ਇਹ ਗੱਲ ਜ਼ਰੂਰ ਹੋਏਗੀ, ਕਿਉਂਕਿ ਆਉਣ ਵਾਲੇ ਦਿਨਾਂ 'ਚ ਦੇਖੋ, ਇੱਕ ਪਾਸੇ ਤਾਂ ਕੁਲਦੀਪ ਸਿੰਘ ਧਾਲੀਵਾਲ ਜ਼ਮੀਨਾਂ ਵਾਪਸ ਲੈ ਰਹੇ ਨੇ, ਬਹੁਤ ਚੰਗੀ ਗੱਲ ਆ, ਕਈ ਜਗ੍ਹਾ ਤੋਂ ਉਹਨਾਂ ਨੇ ਜ਼ਮੀਨਾਂ ਵਾਪਸ ਲਿੱਤੀਆਂ, ਮੁਹਿੰਮ ਚਲਾਈ ਹੋਈ ਆ। ਪਰ ਦੂਸਰੇ ਪਾਸੇ ਜਿੱਥੇ ਦਲਿਤ ਭਾਈਚਾਰੇ ਨੇ ਜ਼ਮੀਨਾਂ ਲੈਣੀਆਂ ਹੁੰਦੀਆਂ ਜਾਂ ਉਹਨਾਂ ਦੀ ਆਕਸ਼ਨ ਹੁੰਦੀ ਆ, 1/3 ਜ਼ਮੀਨਾਂ ਉਹਨਾਂ ਨੂੰ ਮਿਲਦੀਆਂ ਨੇ, ਉਸ ਦੇ ਵਿੱਚ ਜਿਸ ਤਰ੍ਹਾਂ ਦੇ ਇਹ ਪ੍ਰੋਵੀਜ਼ਨਸ ਜਾਂ ਜਿਹੜੇ ਰੂਲਸ ਚੇਂਜ ਕੀਤੇ ਗਏ ਆ, ਇਹ ਕਿਤੇ ਨਾ ਕਿਤੇ ਉਸ ਭਾਈਚਾਰੇ ਨੂੰ ਉਹਨਾਂ ਨੇ ਨਾਰਾਜ਼ ਕੀਤਾ। ਇਸੇ ਕਰਕੇ ਉਹਨਾਂ ਨੇ 12 ਮਈ ਨੂੰ ਜਿਹੜੀ ਆਪਣੀ ਐਜੀਟੇਸ਼ਨ ਜਾਂ ਜਿਹੜਾ ਪ੍ਰਦਰਸ਼ਨ ਆ ਉਹ ਆਰੰਭ ਕਰਨ ਦਾ ਫੈਸਲਾ ਕੀਤਾ। ਜੀ ਮਦਨ ਜੀ, ਬਹੁਤ ਬਹੁਤ ਸ਼ੁਕਰੀਆ ਮਨਪ੍ਰੀਤ ਜੀ। ਸਮਾਂ ਸਮਾਪਤ ਹੋ ਗਿਆ, ਸੋ ਅਸੀਂ ਇਜਾਜ਼ਤ ਲੈਂਦੇ ਹਾਂ। ਬਹੁਤ ਬਹੁਤ ਧੰਨਵਾਦ।